ਕਰੋਨਾ ਵਾਇਰਸ ਦੇ ਚੱਲਦਿਆਂ ਪ੍ਰਵਾਸੀ ਮਜ਼ਦੂਰ ਜੋ ਝੋਨਾ ਲਾਉਣ ਪੰਜਾਬ ਵਿੱਚ ਆਉਂਦੇ ਸਨ ਉਹ ਨਹੀਂ ਆ ਪਾਏ, ਜਿਸ ਤੋਂ ਬਾਅਦ ਇਹ ਗੱਲਾਂ ਵੀ ਉੱਭਰ ਕੇ ਸਾਹਮਣੇ ਆਉਣ ਲੱਗੀਆਂ ਕਿ ਪੰਜਾਬ ਦੇ ਮਜ਼ਦੂਰ ਝੋਨਾ ਲਵਾਉਣ ਦੀਆਂ ਕੀਮਤਾਂ 'ਚ ਕੋਈ 2 ਤੋਂ 4 ਗੁਣਾ ਤੱਕ ਵਾਧੇ ਦੀ ਮੰਗ ਕਰ ਰਹੇ ਸਨ। ਪਰ ਕਿਸਾਨ ਇਹ ਕੀਮਤ ਦੇਣ ਤੋਂ ਅਸਮਰਥ ਸਨ। ਫਿਰ ਕਿਸਾਨਾਂ ਨੂੰ ਪਹਿਲਾਂ ਤੋਂ ਹੀ ਕਿਹਾ ਜਾ ਰਿਹਾ ਸੀ ਕਿ ਪਾਣੀ ਦੀ ਬਚਾਓ ਦੇ ਲਈ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇ, ਜਿਵੇਂ ਕਣਕ ਦੀ ਕੀਤੀ ਜਾਂਦੀ ਹੈ। ਸੋ ਕਈ ਥਾਵਾਂ ਦੇ ਉੱਤੇ ਅੱਜ ਰੇਡੀਓ ਪੰਜਾਬ ਟੂਡੇ ਦੀ ਟੀਮ ਨੇ ਦੌਰਾ ਕੀਤਾ, ਝੋਨਾ ਬੀਜਦੇ ਹੋਏ ਦੇਖਿਆ, ਬੀਜਿਆ ਹੋਇਆ ਝੋਨਾ ਉੱਗਿਆ ਦੇਖਿਆ। ਆਓ ਜਾਣਦੇ ਹਾਂ ਇਹਨਾਂ ਕਿਸਾਨਾਂ ਦਾ ਕੀ ਕਹਿਣਾ ਹੈ, ਜਿਨ੍ਹਾਂ ਨੇ ਪਹਿਲਾਂ ਝੋਨਾ ਬੀਜਿਆ ਸੀ ਉਹਨਾਂ ਦਾ ਤਜਰਬਾ ਕਿਹੋ ਜਿਹਾ ਰਿਹਾ, ਤੇ ਜੋ ਹੁਣ ਸਿੱਧੀ ਬਿਜਾਈ ਰਾਹੀਂ ਝੋਨਾ ਬੀਜ ਰਹੇ ਨੇ ਉਹ ਕੀ ਕਹਿੰਦੇ ਨੇ। ਖੇਤੀ ਮਾਹਿਰਾਂ ਵੱਲੋਂ ਲਗਾਤਾਰ ਕਈ ਸਾਲਾਂ ਤੋਂ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਸੀਗਾ ਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਡੂੰਘਾ ਜਾ ਰਿਹਾ ਹੈ, ਇਸ ਦਾ ਬਦਲ ਹੋਣਾ ਚਾਹੀਦਾ ਹੈ। ਝੋਨੇ ਤੇ ਕਣਕ ਦੇ ਚੱਕਰ 'ਚੋਂ ਕੱਢ ਨਹੀਂ ਸੀ ਪਾ ਰਹੇ ਕਿਸਾਨਾਂ ਨੂੰ, ਪਰ ਉੱਥੇ ਕਹਿੰਦੇ ਸੀ ਭਾਈ ਜੇ ਤੁਸੀਂ ਝੋਨਾ ਬੀਜਣਾ ਤਾਂ ਕੱਦੂ ਦੀ ਬਜਾਏ ਝੋਨਾ ਜਿਵੇਂ ਕਣਕ ਬੀਜਦੇ ਆ ਸਿੱਧੀ ਬਿਜਾਈ ਕਰੋ। ਕਿਸਾਨ ਆਖੇ ਨਹੀਂ ਸੀ ਲੱਗ ਰਿਹਾ। ਸੋ ਹੁਣ ਕਿਸਾਨ ਆਖੇ ਤਾਂ ਭਾਵੇਂ ਹਜੇ ਵੀ ਨਹੀਂ ਲੱਗ ਰਿਹਾ, ਪਰ ਮਜਬੂਰੀ ਕਈ ਵਾਰੀ ਉਹਨਾਂ ਨੂੰ ਆਖੇ ਲੱਗਣ ਲਈ ਮਜਬੂਰ ਕਰ ਦਿੰਦੀ ਹੈ। ਕਰੋਨਾ ਦਾ ਦੌਰ ਹੈ, ਸ਼ਟਡਾਊਨ ਹੈ, ਪ੍ਰਵਾਸੀ ਮਜ਼ਦੂਰ ਜਿਹੜੇ ਸੀਗੇ ਉਹ ਆਪਣੇ ਘਰਾਂ ਨੂੰ ਵਾਪਸ ਪਰਤ ਗਏ ਨੇ। ਜਿਹੜੇ ਮਜ਼ਦੂਰਾਂ ਨੇ ਉੱਧਰੋਂ ਇੱਧਰ ਝੋਨਾ ਲਾਉਣ ਆਉਣਾ ਸੀ ਉਹ ਆਏ ਨਹੀਂ ਤਾਂ ਤੁਸੀਂ ਦੇਖਣਾ ਸੀਗਾ ਕਿ ਤਖਤੀਆਂ ਲੈ ਕੇ ਸਾਡੇ ਕਿਸਾਨ ਰੇਲਵੇ ਸਟੇਸ਼ਨਾਂ 'ਤੇ ਖੜ੍ਹੇ ਹੁੰਦੇ ਤੇ ਉੱਤੇ ਲਿਖਿਆ ਹੋਣਾ ਸੀਗਾ ਕਿ ਤੁਹਾਨੂੰ ਡੇਲੀ ਦਾ 1 ਕਿਲੋ ਮੀਟ, 1 ਕਿਲੋ ਘਿਓ, ਦਾਲ, ਚਾਵਲ ਜੋ ਮੰਗੋਗੇ ਖਾਦ ਖੁਰਾਕ ਮੋਟਰ 'ਤੇ ਪਹੁੰਚਾਈ ਜਾਊਗੀ। ਪਰ ਨਾ ਰੇਲ ਗੱਡੀਆਂ ਆਈਆਂ, ਨਾ ਮਜ਼ਦੂਰ ਆਏ, ਨਾ ਉਹ ਤਖਤੀਆਂ ਲੱਗੀਆਂ। ਹੁਣ ਅਸੀਂ ਮੰਡੀ ਕਲਾਂ ਪਿੰਡ ਦੇ ਇੱਕ ਕਿਸਾਨ ਨੇ ਮਲਕੀਤ ਸਿੰਘ, ਉਹਨਾਂ ਦੇ ਖੇਤ 'ਚ ਖੜ੍ਹੇ ਆ, ਮਸ਼ੀਨ ਨਾਲ ਬਿਜਾਈ ਕਰ ਰਹੇ ਆ। ਬੜਾ ਮੁਸ਼ਕਿਲ ਨਾਲ ਇਹਨਾਂ ਨੂੰ ਲੱਭਿਆ। ਕੁਲਦੀਪ ਭੁੱਲਰ ਜੀ ਸਾਡੇ ਦੋਸਤ ਨੇ, ਉਹਨਾਂ ਨੂੰ ਵੀ ਮੈਂ ਰਾਬਤਾ ਕੀਤਾ। ਉਹਨਾਂ ਨੇ ਕਿਹਾ ਕਿ ਮੈਂ ਕਿਹਾ ਵੀ ਪਹਿਲਾਂ ਤਾਂ ਉਹ ਕਿਸਾਨ ਨੂੰ ਮਿਲਾਓ ਜਿਹੜੇ ਕਿਸਾਨ ਨੇ ਪਿਛਲੇ ਸਾਲ ਵੀ ਮਸ਼ੀਨ ਨਾਲ ਬਿਜਾਈ ਕੀਤੀ ਹੋਵੇ, ਕਿਉਂਕਿ ਉਹਨਾਂ ਦਾ ਤਜਰਬਾ ਜਿਹੜਾ ਹੈਗਾ ਉਹ ਜ਼ਿਆਦਾ ਇਸ ਵਕਤ ਮਹੱਤਵਪੂਰਨ ਹੈ। ਜਿਹੜੇ ਨਵਾਂ ਲਾਉਣਗੇ ਉਹਨਾਂ ਦਾ ਹਜੇ ਰਿਜ਼ਲਟ ਅੱਗੇ ਮਿਲਣਾ ਹੈ। ਜਿਹੜੇ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਅੱਗੇ ਦਿਖਾਵਾਂਗੇ ਕਿ ਹਜੇ ਇਹਨਾਂ ਨੇ ਬੀਜਣਾ ਸ਼ੁਰੂ ਕਰਨਾ, ਇਹਨਾਂ ਤੋਂ ਕੋਈ 10 ਦਿਨ ਪਹਿਲਾਂ ਵੀ ਬੀਜਿਆ ਕਿਸਾਨਾਂ ਨੇ, ਉਹਨਾਂ ਦੇ ਖੇਤਾਂ 'ਚ ਵੀ ਜਾਵਾਂਗੇ ਕਿਸ ਤਰ੍ਹਾਂ ਦੀ ਰਿਪੋਰਟ ਆ ਰਹੀ ਹੈ। ਅਸਲ ਤਾਂ ਉਦੋਂ ਪਤਾ ਲੱਗੂਗਾ ਜਦੋਂ ਮੁੰਜਰਾਂ ਪੈਣਗੀਆਂ, ਪਰ ਮੁੰਜਰਾਂ ਮਲਕੀਤ ਸਿੰਘ ਦੇਖ ਚੁੱਕੇ ਨੇ। ਇਹਨਾਂ ਦੇ ਖੇਤ 'ਚ ਮੁੰਜਰਾਂ 1 ਸਾਲ ਪਹਿਲਾਂ ਲੱਗ ਚੁੱਕੀਆਂ ਸੀਗੀਆਂ। ਮਲਕੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਲਕੀਤ ਜੀ, ਦੂਜੀ ਵਾਰੀ ਤੁਸੀਂ ਝੋਨਾ ਮਸ਼ੀਨ ਨਾਲ ਬੀਜਣ ਲੱਗੇ ਹੋ, ਪਹਿਲੇ ਸਾਲ ਦਾ ਕੀ ਤਜਰਬਾ ਸੀ? ਪਹਿਲੇ ਸਾਲ ਅਸੀਂ ਜੀ ਮਤਲਬ ਬਾਣ ਨੂੰ ਕੰਪਿਊਟਰ ਕਰਾਹਾ ਲਾ ਕੇ ਸੁੱਕੇ 'ਚ ਬਿਜਾਈ ਕਰੀ ਜੀ, ਤੇ ਉੱਤੋਂ ਦੀ ਪਾਣੀ ਲਾਇਆ, ਉਹ ਬਹੁਤ ਵਧੀਆ ਰਿਹਾ ਜੀ। ਐਤਕੀ ਸਾਨੂੰ ਮਤਲਬ ਡਾਕਟਰ ਧਰਮਿੰਦਰਜੀਤ ਨੇ ਕਿਹਾ ਤੇ ਬਾਕੀ ਚੀਫ ਸਾਹਿਬ ਨੇ ਸਾਨੂੰ ਦੱਸਿਆ ਵੀ ਤੁਸੀਂ ਰੌਣੀ ਕਰਕੇ ਵੀ ਉਹਦੇ 'ਚ ਬਿਜਾਈ ਕਰੋ ਜੀ, ਵੀ ਪਾਣੀ 21 ਦਿਨਾਂ ਤੋਂ ਲਾਓ। ਤੇ ਅਸੀਂ ਐਤਕੀ ਇਹ ਤਜਰਬਾ ਕਰ ਰਹੇ ਹਾਂ ਵੀ ਇਹ ਸਾਨੂੰ ਉਦੋਂ ਜ਼ਿਆਦਾ ਵਧੀਆ ਲੱਗ ਰਿਹਾ। ਅੱਛਾ, 21 ਦਿਨਾਂ ਦੀ ਆਪਾਂ ਕਣਕ ਦੀ ਕੋਰ ਭਿਉਣੀ ਹੈ, ਹਾਂਜੀ, ਤੇ 21 ਦਿਨਾਂ ਬਾਅਦ ਹੀ ਇਹਦਾ ਹੈਗਾ। ਹਾਂਜੀ ਹਾਂਜੀ ਹਾਂਜੀ। ਸੋ 21 ਦਿਨ ਇਹ ਕਿੰਨਾ ਕੁ ਨਿਕਲ ਆਉਂਦਾ 21 ਦਿਨਾਂ 'ਚ? 21 ਦਿਨਾਂ 'ਚ ਇਹ 4-5 ਇੰਚ ਹੀ ਹੋ ਜਾਂਦਾ ਜੀ। ਮਤਲਬ ਕਿ 2 ਪੱਤੇ ਜਾਂ 3 ਪੱਤੇ? 3-4 ਪੱਤੇ। ਜਿੰਨਾ ਚਿਰ ਮਤਲਬ ਆਪਾਂ ਨੂੰ ਬਿਜਲੀ ਜੇ ਬਰਸਾਤ ਹੋ ਗਈ ਫਿਰ ਤਾਂ 21 ਦਿਨਾਂ ਤੋਂ ਵੀ ਆਪਾਂ ਵੱਧ ਲੈ ਸਕਦੇ ਹਾਂ ਟਾਈਮ ਜੀ। ਅੱਛਾ, ਨਹੀਂ ਫਿਰ 21 ਦਿਨਾਂ ਤੋਂ ਪਾਣੀ ਲਾ ਦਿਓ ਜੀ ਜੇ ਮੰਗਦਾ ਤਾਂ। ਅੱਛਾ, ਇਹ ਵੀ ਕਿਹਾ ਜਾਂਦਾ ਕਿ ਜਿਵੇਂ ਜਿਵੇਂ ਵੱਡਾ ਹੋਈ ਜਾਂਦਾ ਉਵੇਂ ਪਾਣੀ ਠੱਲਣਾ ਪੈਂਦਾ ਹੈ। ਇਹਦੇ 'ਚ ਪਾਣੀ ਠੱਲਣਾ ਪਊਗਾ ਕਿ ਉਵੇਂ ਜਿਵੇਂ ਕਣਕ ਨੂੰ ਆਪਾਂ ਲਾਈ ਜਾਂਦੇ ਆ ਪਾਣੀ ਵੱਖ-ਵੱਖ ਉਵੇਂ ਹੋਊ? ਨਹੀਂ ਇਹਨੂੰ ਜਿਵੇਂ ਆਪਾਂ ਬੱਤ ਆ ਗਿਆ ਜੀ, ਮਤਲਬ ਕੋਈ ਇਹਦੇ ਜ਼ਰੂਰੀ ਨਹੀਂ ਖੜਾਉਣਾ ਪਾਣੀ। ਅੱਛਾ, ਹਾਂਜੀ। ਤੇ ਜਿਹੜੀ ਆਮ ਆਪਾਂ ਜਦੋਂ ਝੋਨੇ ਦੀ ਪਨੀਰੀ ਲਾਉਣੀ ਹੈ ਤਾਂ ਗਿੱਠ ਦੇ ਉੱਤੇ ਆਪਾਂ ਬੂਝਾ ਲਾਉਣੇ ਆ ਕਿ ਉਹ ਬੂਝਾ ਪੂਰਾ ਹੇਠੋਂ ਮਜ਼ਬੂਤ ਹੋ ਜੇ ਤੇ ਉੱਤੇ ਜਾ ਕੇ ਆਮ ਤੌਰ ਦੇ ਉੱਤੇ ਆਪਾਂ ਕਹਿੰਦੇ ਕਿ ਐਡਾ ਕ ਬਣ ਜੇ ਉਹ, ਤੇ ਸੰਨ ਵੀ ਗਿੱਠ ਦਾ ਰਹਿ ਜਾਂਦਾ। ਇਹਦੇ ਵਿੱਚ ਫਿਰ ਕੀ ਸਥਿਤੀ ਰਹਿੰਦੀ ਹੈ? ਇਹਦੇ 'ਚ ਜੀ ਮਤਲਬ ਇਹ ਬੀਜ 7 ਤੋਂ 8 ਕਿਲੋ ਪੈ ਜਾਂਦਾ ਜੀ। ਤੇ ਇਹਦੇ 'ਚ ਮਤਲਬ ਜਿੰਨੇ ਇਹਨੂੰ ਕੋਈ ਜ਼ਿਆਦਾ ਜ਼ਰੂਰੀ ਨਹੀਂ ਵੀ ਜ਼ਿਆਦਾ ਬੂਝਾ ਮਰੇ। ਇਹਦੇ 'ਚ ਜਿੰਨੇ ਨਾੜ ਹੁੰਦੇ ਹੈਗੇ ਉਨੀ ਸਿਹਤਮੰਦ ਹੁੰਦੇ ਜੀ। ਉਹ ਜਿਹੜਾ ਹੁਣ ਆਪਾਂ ਕੱਦੂ ਕਰਕੇ ਝੋਨਾ ਲਾਉਣੇ ਆ ਉਹਦੇ 'ਚ ਆਪਾਂ ਨੂੰ ਮਤਲਬ 30-35 ਦਿਨ ਉਹ ਬੂਝਾ ਮਰੀ ਜਾਂਦਾ ਜੀ। ਜਿਹੜਾ 30-35 ਦਿਨਾਂ ਬਾਅਦ ਇੱਕ ਸਾਂਖ ਫੁੱਟਦੀ ਆ ਜੀ,
ਤੇ ਉਹ ਮਤਲਬ ਉਹ ਉਨੀ ਸਿਹਤਮੰਦ ਨਹੀਂ ਹੁੰਦੀ ਜਿਹੜੀ ਪਹਿਲੇ ਦਿਨ ਫੁੱਟੂਗੀ। ਇਹ ਮਤਲਬ ਸ਼ੁਰੂ ਤੋਂ ਹੀ ਇਹ 3-4 ਭਾਵਾਂ ਦੀ ਟਾਂਗਾ ਬਣਾ ਲੇ, 4 ਬਣਾ ਲੇ, 8 ਕਿਲੋ ਬੀਜ ਪਾਇਆ ਹੋਇਆ ਹੁੰਦਾ, ਇਹ ਪੂਰਾ ਸਿਹਤਮੰਦ ਹੁੰਦਾ ਜੀ। ਅੱਛਾ ਇੱਕ ਚੀਜ਼ ਦੱਸੋ, ਇਹਦਾ ਫਾਸਲਾ ਕਿੰਨਾ ਹੁੰਦਾ ਤੇ ਝਾੜ 'ਚ ਕੀ ਫਰਕ ਹੈ? ਫਾਸਲਾ ਇਹਦਾ ਜੀ 9 ਇੰਚੀ ਤੇ ਹੈ ਜੀ ਪੂਰਾ। ਇਹ ਮਤਲਬ ਦੂਜਾ ਜੀ ਝਾੜ ਇਹਦਾ ਪਿਛਲੀ ਵਾਰੀ ਅਸੀਂ ਸੁੱਕੇ 'ਚ ਬਿਜਾਈ ਕਰੀ ਸੀਗੀ, ਮਤਲਬ ਦੂਜਾ ਜੇ 70 ਮਣੇ ਦਾ ਪਿਛਲੀ ਵਾਰੀ ਝਾੜ ਘੱਟ ਸੀਗੇ, ਜੇ 70 ਮਣੇ ਦਾ ਢਲਿਆ ਤਾਂ ਇਹ ਸਾਡਾ 75 ਮਣੇ ਦਾ ਹੋਇਆ। ਮਤਲਬ ਕਿ ਜੇ ਸਿੱਧੇ ਤੌਰ ਦੇ ਉੱਤੇ ਗੱਲ ਕਰੀਏ ਤਾਂ ਕੱਦੂ ਵਾਲੇ ਦੇ ਬਰਾਬਰ ਹੀ ਚਲਾ ਜਾਂਦਾ ਹੈ, ਜਿਵੇਂ ਲੋਕ ਸੋਚਦੇ ਆ ਜੀ ਕੱਦੂ ਵਾਲੇ ਤੋਂ ਘੱਟ ਰਹਿ ਗਿਆ। ਕੱਦੂ ਵਾਲੇ ਤੋਂ ਉੱਪਰ ਜਾਂਦਾ ਜੀ, ਉੱਪਰ ਜਾਂਦਾ। ਤੇ ਖਰਚਾ ਕਿੰਨਾ ਘਟਦਾ? ਖਰਚਾ ਤਾਂ ਤੁਸੀਂ ਆਪ ਹੀ ਦੇਖ ਲਓ ਜੀ, ਕੱਦੂ ਦਾ ਘਟ ਜਾਂਦਾ ਜੀ, ਲੇਬਰ ਦਾ ਘਟ ਜਾਂਦਾ ਤੇ ਮਸ਼ੀਨ ਐਤਕੀ ਤਾਂ ਮਸ਼ੀਨਾਂ ਚਲੋ ਠੀਕ ਆ ਮਹਿੰਗੀਆਂ ਬਣੀਆਂ, ਪਿਛਲੀ ਵਾਰੀ ਤਾਂ 30-35 ਹਜ਼ਾਰ ਦੀ ਮਸ਼ੀਨ ਸੀ, ਸਾਨੂੰ ਮਹਿਕਮੇ ਨਹੀਂ ਦੇਤੀਆਂ ਸੀਗੀਆਂ। ਅੱਛਾ ਐਤਕੀ ਹੁਣ ਲੋਕਡਾਊਨ ਦਾ ਕਰਕੇ ਉਹਨਾਂ ਨੂੰ ਵੀ ਸਮਾਨ ਮਿਸਤਰੀਆਂ ਨੂੰ ਘੱਟ ਮਿਲਿਆ ਜੀ, ਤਾਂ ਕਰਕੇ। ਐਤਕੀ ਕਿੰਨੇ ਦੀ ਮਸ਼ੀਨ ਹੈ? ਐਤਕੀ 60,000 ਦੀ ਅਸੀਂ ਸਿੰਗਲ ਪੋਰ ਹੀ ਬਣਾਈ ਹੈ ਜੀ। ਅੱਛਾ ਆ 60,000 ਦੀ ਲਈ? ਹਾਂਜੀ ਹਾਂਜੀ ਹਾਂਜੀ। ਦੱਸੋ ਵੀ ਲਾਕਡਾਊਨ ਨੇ ਮਸ਼ੀਨਾਂ ਦਾ ਰੇਟ ਵੀ ਵਧਾਤਾ, ਦੁੱਗਣਾ ਕਰ ਦਿੱਤਾ ਹੈ। ਅੱਛਾ ਇਹਨੂੰ ਜਦੋਂ ਤੁਸੀਂ ਬੀਜਦੇ ਹੋ, ਬੀਜ ਦੀ ਫਸਲ ਦੀ ਜਿਹੜੀ ਜ਼ਮੀਨ ਦੀ ਤਿਆਰੀ ਕਿਵੇਂ ਰੱਖਣੀ ਪੈਂਦੀ ਹੈ? ਜ਼ਮੀਨ ਦੀ ਤਿਆਰੀ ਜੀ ਜਾਂ ਤਾਂ ਆਪਾਂ ਇਹਨੂੰ ਜੇ ਹਲਾਣਾ ਵੀ ਜ਼ਿਮੀਂਦਾਰ ਨੇ ਵਾਹੁਣਾ ਜੀ, ਕਿਸੇ ਕੋਲੇ ਨਹੀਂ ਵੀ, ਬਾਕੀ ਕਣਕ ਵਾਲੀ ਮਸ਼ੀਨ ਫੇਰ ਸਕਦਾ ਜੀ। ਅੱਛਾ ਕਣਕ ਵਾਲੀ ਜਿਹੜੀ ਆਪਣੀ ਆਮ ਮਸ਼ੀਨ ਬੀਜਣ ਵਾਲੀ ਹੁੰਦੀ ਆ, ਉਹ ਫੇਰੋ 2-3 ਇੰਚ ਕੋਈ ਫੇਰਨੀ ਆ। ਅੱਛਾ ਡੂੰਘਾ ਨਹੀਂ ਫੇਰਨਾ, ਗਿੱਲੇ ਗਿੱਲੇ 'ਚ ਹੀ ਫੇਰਨੀ ਆ, ਤੇ ਉਦੋਂ ਬਾਅਦ 3 ਸਾਗੇ ਮਾਰੋ ਜੀ, ਵੀ ਸੈੱਟ ਕਰ ਦਿਓ। ਹਾਂਜੀ ਹਾਂਜੀ ਆਪਣੇ ਕੋਲੇ ਕਣਕ 'ਚ ਮਾਰਨ ਵਾਲੀ ਹੈਰੋਂ ਹੈਗੀ ਸੀਗੀ ਜੀ, ਤੁਸੀਂ ਚੱਲਦੀ ਦੇਖੀ ਆ, ਤੇ ਉਹ ਫੇਰਦੇ ਆ ਅਸੀਂ, ਤੇ ਉਹ ਫੇਰ ਕੇ 2-3 ਸਾਗੇ ਮਾਰਦੇ ਆ ਜੀ, ਉਹਦੇ ਨਾਲ ਤਿਆਰ ਕਰਦੇ ਜੀ। ਹੁਣ ਇਹ ਬੀਜਣਗੇ, ਆਪਾਂ ਤੁਹਾਨੂੰ ਦਿਖਾਉਣੇ, ਫਿਰ ਆਪਾਂ ਹੋਰ ਕਿਸਾਨਾਂ ਤੱਕ ਵੀ ਗੱਲਬਾਤ ਕਰਾਂਗੇ। ਸਿੱਧੀ ਬਿਜਾਈ ਦਾ ਜਿਹੜਾ ਝੋਨਾ ਹੈ, ਜਿਹੜੇ ਖੇਤ ਦੇ ਵਿੱਚ ਮੈਂ ਹੁਣ ਖੜਾ ਹਾਂ, ਇਹਨੂੰ ਕੋਈ 8-9 ਦਿਨ ਹੋ ਗਏ ਨੇ ਬੀਜੇ ਨੂੰ। 2-2 ਪੱਤੀਆਂ ਇਹ ਝੋਨਾ ਕੱਢ ਚੁੱਕਿਆ, 3-3 ਇੰਚ ਜਿਹੜਾ ਹੈਗਾ ਇਹ ਬੂਟਾ ਆ ਗਿਆ। ਇਹਦੇ ਵਿੱਚ ਕੀ ਚੀਜ਼ ਹੈ ਕਿ ਆਮ ਧਾਰਨਾ ਸੀ, ਜਿਹੜੇ ਲੋਕ ਕਹਿੰਦੇ ਸੀ, ਜਿਹੜਾ ਮੈਂ ਵੀ ਸੁਣਦਾ ਸੀ ਕਿ ਜਿਵੇਂ ਜਿਵੇਂ ਝੋਨਾ ਵਧੀ ਜਾਂਦਾ ਉਨਾ ਪਾਣੀ ਲਗਾਤਾਰ ਰੋਕਣਾ ਪੈਂਦਾ ਇਹਦੇ ਵਿੱਚ। ਜਿਵੇਂ ਮਲਕੀਤ ਸਿੰਘ ਜੀ ਨੇ ਸਾਨੂੰ ਪਿੱਛੇ ਦੱਸਿਆ ਕਿ ਇਹੋ ਜਿਹੀ ਕੋਈ ਗੱਲ ਨਹੀਂ, ਜਿਵੇਂ ਕਣਕ ਨੂੰ 21 ਦਿਨਾਂ ਬਾਅਦ ਕੋਰ ਭਿਉਣੀ ਹੈ, ਉਸੇ ਤਰ੍ਹਾਂ ਨਰਮੇ ਇਹਦੀ ਝੋਨੇ ਦੀ ਵੀ ਕੋਰ ਭਿਉਣੀ ਹੈ ਅਸੀਂ। ਪਰ ਬਿਜਾਈ ਤੋਂ ਤੁਰੰਤ ਬਾਅਦ ਨਦੀਨ ਨਾਸ਼ਕ ਦੀਆਂ ਜਿਹੜੀਆਂ ਸਪਰੇਆਂ ਕਰਨੀਆਂ ਪੈਂਦੀਆਂ ਨੇ। ਕੁਲਦੀਪ ਭੁੱਲਰ ਇੱਕ ਹੋਰ ਕਿਸਾਨ ਨੇ ਸਾਡੇ ਨਾਲ, ਜਿਨ੍ਹਾਂ ਦੇ ਅਸੀਂ ਖੇਤ 'ਚ ਖੜੇ ਅਸੀਂ। ਕੁਲਦੀਪ ਜੀ ਪਹਿਲੀ ਵਾਰੀ ਬੀਜ ਰਹੇ ਹੋ? ਹਾਂਜੀ ਭਾਜੀ ਪਹਿਲੀ ਵਾਰੀ ਬੀਜਿਆ ਜੀ। ਕੀ ਤਜਰਬਾ ਲੱਗ ਰਿਹਾ? ਦਿਲ ਹੌਸਲੇ 'ਚ ਆ ਕਿ ਕਿਵੇਂ ਹੈ? ਨਹੀਂ ਭਾਜੀ, ਜਿਸ ਤਰ੍ਹਾਂ ਬਿਜਾਈ ਤੋਂ ਬਾਅਦ ਹਰਾ ਹੋਇਆ ਝੋਨਾ, ਉਹਨੂੰ ਦੇਖ ਕੇ ਲੱਗਦਾ ਵੀ ਸਾਨੂੰ ਸਾਰਾ ਹੀ ਕਰਨਾ ਚਾਹੀਦਾ, ਵੀ ਅਸੀਂ ਲੇਟ ਆ ਕਰਨ 'ਚ, ਪਿਛਲੇ ਸਾਲ ਵੀ ਕਰਨਾ ਚਾਹੀਦਾ ਸੀ ਜੀ। ਹਾਂਜੀ ਤੇ ਡਰ ਜਾ ਨਹੀਂ ਲੱਗਦਾ ਸੀ, ਜਿਵੇਂ ਆਮ ਵੀ ਚੱਲ ਲੇਬਰ ਨਹੀਂ ਆਈ ਤਾਂ ਮਜਬੂਰੀ 'ਚ ਕਰ ਲਿਆ ਹੋਊ ਕਿ ਨਾ ਹੋਊ, ਕਿ ਤੁਹਾਡੇ ਪਿੰਡ 'ਚ ਵੀ ਪਹਿਲਾਂ ਕਿਸੇ ਨੇ ਕੀਤਾ ਸੀਗਾ ਤੇ ਤੁਸੀਂ ਉਹਨਾਂ ਨੂੰ ਦੇਖ ਕੇ ਐਤਕੀ ਹੌਸਲਾ? ਪਹਿਲਾਂ ਮੇਰੇ ਨਾਲ ਇਹ ਮਲਕੀਤ ਨੇ ਕੀਤਾ ਸੀ ਜੀ, ਪਿਛਲੀ ਵਾਰ ਮੈਂ ਇਹਦਾ ਝਾੜ ਵਗੈਰਾ ਦੇਖਿਆ ਸੀ ਸਾਰਾ। ਅੱਛਾ ਸਾਡੇ ਪਿੰਡ 2-3 ਘਰਾਂ ਨੇ ਮਤਲਬ ਪਿਛਲੀ ਵਾਰੀ ਕੀਤਾ ਸੀ, ਜਿਹੜੇ 3-4 ਸਾਲਾਂ ਤੋਂ ਵੀ ਕਰਦੇ ਨੇ। ਤਾਂ ਹੀ ਕਰਕੇ ਫਿਰ ਅਸੀਂ ਐਤਕੀ ਇਹ ਕੀਤਾ ਹੈਗਾ ਜੀ। ਸੋ ਪੂਰਾ ਹੌਸਲਾ ਹੁਣ ਤਾਂ? ਹਾਂਜੀ ਹਾਂਜੀ ਹਾਂਜੀ। ਸੋ ਇੱਕ ਬੜੀ ਵਧੀਆ ਚੀਜ਼ ਹੈ, ਇੱਕ ਦੂਜੇ ਨੂੰ ਦੇਖ ਕੇ ਅਸੀਂ ਜੇ ਕਰ ਲੈਂਦੇ, ਚਲੋ ਕੁਝ ਕਿਸਾਨਾਂ ਨੇ ਜਿਹਨਾਂ ਨੇ ਕੀਤਾ ਉਹਨਾਂ ਦੇ ਤਜਰਬੇ ਤੁਹਾਨੂੰ ਜਿਹੜੇ ਕਰ ਸਕਦੇ ਹੋ। ਮੈਂ ਮਲਕੀਤ ਸਿੰਘ ਦਾ ਫੋਨ ਨੰਬਰ ਵੀ ਜਿਹੜਾ ਹੈਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦੂੰਗਾ, ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ, ਜਿਹੜੇ ਵੀ ਰਹਿੰਦੇ ਆ ਵੈਸੇ ਦਿਨ ਲਗਾਤਾਰ। ਪਨੀਰੀ ਵੀ ਕਈ ਕਿਸਾਨਾਂ ਨੇ ਬੀਜੀ ਹੋਈ ਹੈ, ਕੁਝ ਹੋਰ ਅਸੀਂ ਅਗਾਂਹ ਵਧੂ ਕਿਸਾਨਾਂ ਦੇ ਕੋਲੇ ਵੀ ਚੱਲਾਂਗੇ ਜਿਹੜੇ ਬਿਜਾਈ ਅੱਜ ਕਰ ਰਹੇ ਨੇ। ਸੋ ਇੱਕ ਪਿੰਡ ਇਕੱਲਾ ਨਹੀਂ, ਅਸੀਂ 2-3 ਪਿੰਡਾਂ ਦੀ ਤੁਹਾਨੂੰ ਜਿਹੜੀ ਰਿਪੋਰਟ ਦਿਖਾਵਾਂਗੇ। ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਦੇ ਕਿਸਾਨ ਵੀ ਆਪਣੇ ਤੌਰ ਦੇ ਉੱਤੇ ਕੁਝ ਤਜਰਬੇ ਕਰ ਰਹੇ ਨੇ। ਪਹਿਲਾਂ ਮਲਕੀਤ ਸਿੰਘ ਦੇ ਖੇਤ 'ਚ ਤੁਸੀਂ ਦੇਖਿਆ, ਉਹ 72 ਕਰਕੇ ਜ਼ਮੀਨ ਨੂੰ ਰੌਣੀ ਕਰਕੇ ਗਿੱਲੀ ਜ਼ਮੀਨ ਦੇ ਵਿੱਚ ਝੋਨਾ ਸਿੱਧਾ ਬੀਜਿਆ ਗਿਆ ਸੀ। ਹੁਣ ਅਸੀਂ ਗੁਰਜੀਤ ਸਿੰਘ ਦੇ ਖੇਤ 'ਚ ਹੈ। ਗੁਰਜੀਤ ਸਿੰਘ ਸੁੱਕੀ ਜ਼ਮੀਨ ਦੇ ਵਿੱਚ ਝੋਨਾ ਬੀਜ ਰਹੇ ਨੇ ਸਿੱਧਾ। ਗੁਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੁਰਜੀਤ ਜੀ ਤੁਸੀਂ ਲੋਕ 72 ਕਰਕੇ ਬੀਜ ਰਹੇ ਆ, ਤੁਸੀਂ ਸੁੱਕੀ ਬੀਜ ਰਹੇ ਹੋ, ਕੀ ਅੰਤਰ ਹੈ ਦੋਵਾਂ ਦੇ ਵਿੱਚ? ਇਹਦਾ ਇਹ ਅੰਤਰ ਇਹ ਹੈ ਜੀ ਵੀ ਜਿਵੇਂ ਹੁਣ ਮੰਨ ਲਓ ਆਪਾਂ ਪਨੀਰੀ ਲਾਉਣੇ ਜੀ ਇੱਕ ਟਾਈਪ ਦੀ, ਉਹ ਪਨੀਰੀ ਵੀ ਸੁੱਕੇ 'ਚ ਸਿੱਟੀ ਜਾਂਦੀ ਹੈ ਜੀ, ਤੇ ਇਹ ਵੀ ਅਸੀਂ ਉਸ ਟਾਈਪ ਦੇ ਮੁਤਾਬਕ ਸੁੱਕਾ ਬੀਜ ਕੇ 1 ਇੰਚੀ ਡੂੰਘਾ ਰੱਖਦੇ ਜੀ ਮਸ਼ੀਨ। ਠੀਕ ਹੈ। ਇਹਦੇ 1 ਇੰਚੀ ਮਿੱਟੀ ਪੈਣੀ ਚਾਹੀਦੀ ਉੱਪਰ ਝੋਨੇ ਦੇ, ਤੇ ਇਹਨੂੰ ਪਾਣੀ ਲਾ ਕੇ ਜੀ ਉੱਪਰ ਸਟੰਪ ਦਵਾਈ ਸਿੱਟੀ ਜਾਊਗੀ, ਤੇ ਵੀ ਇਹਦੇ ਪਹਿਲੀ ਵਾਰੀ ਟ੍ਰਾਇਲ ਲਾ ਰਹੇ ਜੀ। ਅੱਛਾ ਸੁੱਕੀ ਦਾ ਪਹਿਲੀ ਵਾਰੀ ਟ੍ਰਾਇਲ? ਹਾਂ ਪਹਿਲੀ ਵਾਰ। ਇਹ ਕਿਸੇ ਨੇ ਤੁਸੀਂ ਪੁੱਛਿਆ ਕਿ ਆਪਣੇ ਆਪ ਹੀ ਕਰ ਰਹੇ? ਨਹੀਂ ਅਸੀਂ ਪੁੱਛਿਆ ਸੀ। ਕਿਤੋਂ? ਲਹਿਰੇ ਤੋਂ ਮੁੰਡਾ ਜੀ ਦਰਸ਼ਨ ਸਿੰਘ। ਅੱਛਾ। ਹਾਂ ਉਹਨਾਂ ਨੇ ਹੋ ਗਏ ਅੱਜ 4-5ਵੀਂ ਵਾਰ
ਸੁੱਕੀ ਬੀਜ ਚ ਬੀਜਦੇ ਹਾਂ ਨੇ। ਸੁੱਕੀ ਚ ਤੇ ਬੀਜ ਕੀ ਝਾੜ ਦੱਸਦੇ ਆ ਉਹ ਝਾੜ ਕਹਿੰਦੇ ਵੀ ਦੂਜੀ ਜ਼ਮੀਨ ਨਾਲ ਕਿਹੜੀ ਝੋਨਾ ਲਾ ਰਹੇ ਸੀ ਉਹਦੇ ਨਾਲ ਕੁਆਂਟਲ 2 ਕੁਆਂਟਲ ਵੱਧ ਰਹੇ। ਇਹਨਾਂ ਜ਼ਮੀਨਾਂ 'ਚ ਵੀ ਫਰਕ ਹੁੰਦਾ, ਕਈ ਕਰੜੀਆਂ ਜ਼ਮੀਨਾਂ ਨੇ, ਹਾਂ। ਕੁਝ ਰੇਤਲ ਹੈ ਜਾਂ ਹੋਰ ਨੇ, ਇਹਦੇ ਬਾਰੇ ਵੀ ਕਿਹਾ ਜਾਂਦਾ ਕਿ ਰੇਤਲ ਜ਼ਮੀਨ ਦੇ ਵਿੱਚ ਹੋਰ ਢੰਗ ਨਾਲ ਝੋਨਾ ਲੱਗਣਾ ਚਾਹੀਦਾ ਹੈ, ਕਰੜੀ ਜਿਹੜੀ ਆ ਅਸਰ ਜ਼ਮੀਨ ਆ ਉਹਦੇ 'ਚ ਹੋਰ ਢੰਗ ਨਾਲ ਚੱਲਣਾ ਚਾਹੀਦਾ। ਤੁਹਾਡੀ ਜ਼ਮੀਨ ਦੀ ਕੀ ਸਥਿਤੀ ਹੈ ਜੀ? ਇਹ ਤਾਂ ਕਰੜੀ ਹੈ ਜੀ ਇੱਕ ਟਾਈਮ ਦੀ, ਕਿਹੜੀ ਰੇਤੇ ਵਾਲੀ ਜ਼ਮੀਨ ਆ ਥੋੜੀ ਜਿਹੀ ਉਹਦੇ 'ਚ ਪ੍ਰੋਬਲਮ ਆ ਜਾਂਦੀ, ਕਿਵੇਂ ਖੱਟਾ ਹੋ ਜਾਂਦਾ ਜੀ, ਹਾਂ ਹਾਂ ਤੇ ਕਿਹੜੀ ਕਾਲਡੀ ਜ਼ਮੀਨ ਆ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ। ਜੀ। ਕਿੰਨਾ ਬੀ ਪਾ ਰਹੇ ਹੋ ਤੁਸੀਂ? ਅਸੀਂ 8 ਤੇ 7 ਦੇ ਵਿਚਕਾਰ ਪਾ ਰਹੇ ਹਾਂ। 8 ਤੇ 7 ਦੇ, ਹਾਂਜੀ। ਤੇ ਨਾਲ ਹੀ ਡਾਇਆ ਤੇ ਸੁਪਰ ਵੀ ਨਾਲ ਹੀ? ਹਾਂ ਜੀ DAP ਪਾ ਰਹੇ ਹਾਂ ਜੀ, ਇਕੱਲੀ DAP? ਹਾਂ 22 ਕਿਲੋ ਪਾ ਰਹੇ 22 ਕਿਲੋ ਹਾਂ ਕਿੱਲੇ ਦੀ? ਕਿੱਲੇ ਦੀ। ਅੱਛਾ, ਇਹ ਜਦੋਂ ਹੁਣ ਤੁਸੀਂ ਆਪਾਂ ਚੱਲਦੇ ਉਧਰ ਨੂੰ ਟਰੈਕਟਰ ਕੰਨੀ ਨੂੰ ਵੀ, ਇਹ ਜਿਵੇਂ ਹੁਣ ਤੁਸੀਂ ਕਰ ਰਹੇ ਹੋ, ਹੁਣ ਇਹ ਤੇ ਪਾਣੀ ਕਦੋਂ ਲਾਓਗੇ? ਜਿਹੜਾ ਹੁਣ ਇਹ ਸੁੱਕਾ ਮੈਨੂੰ ਦਿਸ ਰਿਹਾ, ਕਦੋਂ ਪਾਣੀ ਲੱਗ ਜੂਗਾ ਇਹਨੂੰ? ਪਾਣੀ ਜਿਵੇਂ ਅੱਜ ਮੰਨ ਲਓ ਜੀ ਅਸੀਂ ਬੀਜਤਾ, ਹਾਂ ਹਾਂ 2-3 ਦਿਨਾਂ ਦੇ ਵਿੱਚ ਇਹਨੂੰ ਪਾਣੀ ਨਾਲ ਭਰ ਦਾਂਗੇ। 2-3 ਦਿਨਾਂ ਦੇ ਵਿੱਚ? ਹਾਂ, ਹਾਂ। ਉੱਡੀ ਦੇਰ ਦਾ ਇਹ ਭਿਉਂ ਕੇ ਵੀ ਹੈ ਕਿ ਗਿੱਲਾ? ਨਹੀਂ, ਸੁੱਕਾ ਹੀ ਇੱਕਦਮ। ਜਮਾ ਹੀ ਸੁੱਕਾ ਵੀ ਹਾਂ ਹੈ? ਜਮਾ ਸੁੱਕਾ ਹੀ ਇੱਕਦਮ। ਤੇ ਇਹਦਾ ਨਦੀਨਾ ਵਗੈਰਾ ਦਾ ਫਿਰ ਕਿਵੇਂ ਰੱਖੋ? ਨਦੀਮਾਂ ਵਾਲੀ ਕਿਹੜੀ ਹੈਗੀ ਹੈ, ਸਟੰਪ ਦਵਾਈ ਸਿੱਟਾਂਗੇ ਜੀ, ਕਿਦੋਂ ਕਿਆਰਾ ਪਾਣੀ ਦਾ ਭਰ ਗਿਆ ਹਾਂ ਹਾਂ ਇਹਦੇ ਵਿੱਚ ਪਾਣੀ ਦੀ ਹਵਾ ਨਾ ਚੱਲੇ, ਖੜਾ ਹੋਊਗਾ ਹੂੰ ਤਾਂ ਖੜੇ ਦੇ ਵਿੱਚ ਸਿੱਟਾਂਗੇ, ਨਹੀਂ ਇਹਦੇ ਉੱਤੇ ਗਿੱਲਾ ਹੋ ਗਿਆ ਕਿਦੋਂ ਛਿੜਕਾਂਗੇ। ਠੀਕ ਹੈ। ਹਾਂਜੀ ਤੇ ਕਿੰਨਾ ਪਾਣੀ ਠੱਲੋਗੇ ਇਹਦੇ ਵਿੱਚ? ਪਾਣੀ ਦਾ ਫੁੱਲ ਕਿਆਰਾ ਭਰ ਦਾਂਗੇ ਜੀ। ਜਿਵੇਂ ਆਮ ਝੋਨੇ ਵਾਂਗੂ ਭਰੋਗੇ? ਹਾਂਜੀ ਜਮਾ ਕਿਆਰਾ ਇੱਕਦਮ ਪੂਰਾ ਫੁੱਲ ਭਰ ਦਾਂਗੇ। ਤੇ ਫਿਰ ਉਦੋਂ ਬਾਅਦ ਕਿਵੇਂ ਪਾਣੀ ਦਾ? ਫਿਰ ਉਦੋਂ ਬਾਅਦ ਕਿੰਨੇ ਦਿਨਾਂ ਬਾਅਦ ਪਾਣੀ? ਉਸ ਤੋਂ ਬਾਅਦ 7 ਦਿਨਾਂ ਤੋਂ ਬਾਅਦ ਜੀ ਮੰਨ ਲਓ ਖੁਸ਼ਕ ਨਹੀਂ ਹੋਣਾ ਚਾਹੀਦਾ, ਤਰੇਉਤੀ ਦੇ ਵਿੱਚ ਮੰਨ ਲਓ ਇਹਦਾ ਮਤਲਬ ਜਿਹੜੀ ਇਹ ਪਾਣੀ ਜ਼ਿਆਦਾ ਲਊਗੀ ਫਿਰ ਜਿਹੜਾ ਖੁਸ਼ਕ ਬੀਜਦੇ ਹੋ ਤੁਸੀਂ? ਨਹੀਂ, ਇਹ 2 ਵਾਰੀ ਪਾਣੀ ਲਾਉਣਾ ਪਊਗਾ ਜੀ, ਦੂਜੀ ਵਾਰ ਚ ਉੱਗ ਜੂਗਾ ਜੀ। ਉੱਗ ਜੂਗਾ? ਹਾਂਜੀ। ਤੇ ਤੀਜੀ ਵਾਰੀ ਫਿਰ? ਤੀਜੀ ਵਾਰ ਕਿਵੇਂ ਮੰਨ ਲਓ 10 ਦਿਨਾਂ ਤੋਂ ਲਾ ਲਓ ਜੀ, ਅੱਛਾ। ਜਾਂ 8 ਦਿਨਾਂ ਤੋਂ ਲਾ ਲਓ ਜੀ। ਤੇ ਇਹ ਮਸ਼ੀਨ ਮੈਂ ਦੇਖ ਰਿਹਾ ਕਈਆਂ ਦੀਆਂ ਸਿੰਗਲ ਮਸ਼ੀਨਾਂ, ਕਿੰਨੇ ਦੀ ਬਣਾਈ ਹੈ ਤੁਸੀਂ ਇਹ ਇਹ ਮਸ਼ੀਨ? ਮਸ਼ੀਨ 75000 ਰੁਪਏ ਦੀ ਬਣਾਈ ਹੈ ਜੀ। ਪਿਛਲੇ ਸਾਲ ਕੀ ਭਾਅ ਸੀਗਾ? ਪਿਛਲੀ ਵਾਰ ਤਾਂ ਪਤਾ ਨਹੀਂ ਸੀ। ਅੱਛਾ। ਕਲੀਅਰ ਕਹਿ ਦਈਏ ਜੀ, ਹਾਂ ਹਾਂ। ਐਕਚੁਅਲੀ ਪਹਿਲੀ ਵਾਰ ਇਹ 75000 ਰੁਪਇਆ। ਇਹ ਬੰਦ ਤੋਂ ਬਾਅਦ ਲਈ ਹੈ ਤੁਸੀਂ? ਹਾਂਜੀ। ਤੇ ਇਹਦੇ ਚ ਕਈਆਂ ਦੇ ਵਿੱਚ ਕੱਲਾ ਬੀ ਹੁੰਦਾ ਹੈ, ਇਹਦੇ 'ਚ ਤੁਸੀਂ ਡਾਇਆ ਵੀ ਨਾਲ ਕਰਤੀ ਹੈ ਜੀ। ਸੋ ਇਹ ਮਸ਼ੀਨਾਂ ਨੇ ਜੀ, ਦੂਰੀ ਮਸ਼ੀਨ ਕਹਿ ਦਿੰਦੇ ਇਹਨੂੰ। ਇਹਦੇ ਵਿੱਚ ਡਾਇਆ ਵੀ ਤੁਸੀਂ ਬੀਜ ਸਕਦੇ ਹੋ, ਝੋਨੇ ਦਾ ਬੀ ਵੀ ਹੈ, ਤੇ ਇਹਦੇ ਵਿੱਚ ਅਸਲ ਦੇ ਵਿੱਚ ਗਰਾਰੀਆਂ ਨੇ। ਆ ਜਿਹੜੀ ਚੀਜ਼ ਦੇਖ ਰਹੇ ਹੋ, ਗਰਾਰੀ ਐਂ ਘੁੰਮਦੀ ਜਾਂਦੀ ਹੈ, ਉਵੇਂ ਆ ਦੇਖੋ ਬੀ ਕਹਿਰਾ ਦਾਣਾ, ਆ ਦੇਖੋ ਨਾ ਇਹਨਾਂ ਨੇ ਚੱਕਿਆ, ਮੈਂ ਤੁਹਾਨੂੰ ਹੋਰ ਦਿਖਾਉਣਾ, ਕਹਿਰਾ ਦਾਣਾ ਚੱਕ ਕੇ ਇਹ ਇੱਥੋਂ ਦੀ ਫਿਰ ਪਾ ਦਿੰਦੀਆਂ ਨੇ। ਸੋ ਇੱਕ ਤਰ੍ਹਾਂ ਦਾ ਡਿਫਰੈਂਸ ਕ੍ਰੀਏਟ ਹੋ ਜਾਂਦਾ। ਕਈ ਗਰਾਰੀ ਵਾਲੀਆਂ ਦੂਜੀਆਂ ਹੁੰਦੀਆਂ ਨੇ, ਟਿੰਡਾਂ ਵਾਲੀਆਂ ਕਹਿ ਦਿੰਦੇ ਆ, ਜਿਹੜੀਆਂ ਕਣਕ ਦੀਆਂ ਮਸ਼ੀਨਾਂ ਟਿੰਡਾਂ ਨਾਲ ਹੈ, ਨਰਮੇ ਦੀ ਮਸ਼ੀਨ ਵੀ ਟਿੰਡ ਨਾਲ ਹੈ। ਇਹ ਪਲਾਂਟਰ ਆਏ ਸੀਗੇ ਇੱਕ ਵਾਰੀ, ਪਲਾਂਟਰ, ਇਹਨਾਂ ਨੂੰ ਪਲਾਂਟਰ ਵੀ ਕਹਿ ਦਿੰਦੇ ਨੇ। ਸੋ ਪਲਾਂਟਰ ਦੇ ਵਿੱਚ ਕਹਿਰਾ ਬੀ ਜਿਹੜਾ ਉਹ ਚੱਕਦੇ ਸੀਗੇ, ਜਿਵੇਂ ਖੂਹ ਦੀਆਂ ਟਿੰਡਾਂ ਹੁੰਦੀਆਂ ਸੀਗੀਆਂ ਉਵੇਂ ਕਹਿਰਾ ਜਿਹਾ ਚੱਕਦੇ ਸੀਗੇ। ਸੋ ਵੇਖਦੇ ਆ, ਪ੍ਰਮਾਤਮਾ ਭਲੀ ਕਰੇ। ਇੱਕ ਨਵਾਂ ਤਜਰਬਾ ਕਰ ਰਹੇ ਨੇ ਸਾਡੇ ਕਿਸਾਨ, ਹੋਰ ਕਿਸਾਨਾਂ ਨਾਲ ਵੀ ਤੁਹਾਡੀ ਗੱਲਬਾਤ ਮੈਂ ਇਸੇ ਤਰ੍ਹਾਂ ਕਰਾਉਂਦਾ ਰਹੂੰਗਾ। ਝੋਨੇ ਦੀ ਸਿੱਧੀ ਬਿਜਾਈ ਦੇ ਕੀ ਫਾਇਦੇ ਨੇ, ਕੀ ਨੁਕਸਾਨ ਨੇ, ਝੋਨਾ ਹੱਥ ਨਾਲ ਕੱਦੂ ਕਰਕੇ ਲਾਉਣ ਦਾ ਤੇ ਇਹਦਾ ਕੀ ਫਰਕ ਹੈ? ਪਿੱਛੇ ਅਸੀਂ 2-3 ਪਿੰਡਾਂ 'ਚ ਜਾ ਕੇ ਆਏ ਹਾਂ, ਹੁਣ ਅਸੀਂ ਨਥਾਣੇ ਹੈਗੇ ਹਾਂ। ਗੁਰਚਰਨਜੀਤ ਸਿੰਘ ਐਡਵੋਕੇਟ ਨੇ, ਪੜ੍ਹੇ ਲਿਖੇ ਹੈ, ਇਹਨਾਂ ਨਾਲ ਜਾਣਦੇ ਹਾਂ ਕਿ ਇਹਨਾਂ ਦਾ ਮਨ ਮਜਬੂਰੀ 'ਚ ਬਣਿਆ ਜਾਂ ਵੈਸੇ ਪ੍ਰੈਕਟੀਕਲ ਕੀਤਾ, ਜਾਂ ਇਸ ਤੋਂ ਪਹਿਲਾਂ ਵੀ ਕਰਦੇ ਨੇ। ਗੁਰਚਰਨਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਹੋ ਜੀ? ਗੁਰਚਰਨਜੀਤ ਜੀ ਇਹ ਦੱਸੋ ਕਿ ਤੁਸੀਂ ਸਿੱਧੀ ਬਿਜਾਈ ਕਰ ਰਹੇ ਹੋ, ਮੈਂ ਦੇਖ ਰਿਹਾ ਪਿੱਛੇ। ਹਾਂਜੀ। ਸਭ ਤੋਂ ਵੱਡੀ ਗੱਲ ਤਾਂ ਮੈਂ ਇੱਕ ਬੜੀ ਇੰਟਰਸਟਿੰਗ ਚੀਜ਼ ਦੇਖੀ ਕਿ ਤੁਹਾਡੇ ਜਿਹੜੇ ਕੰਮ ਕਰ ਰਹੇ ਨੇ ਤੇ ਬਜ਼ੁਰਗ ਨੇ, ਮੈਂ ਹੈਰਾਨ ਆ ਕਿ ਬਜ਼ੁਰਗ ਕੰਮ ਕਰ ਰਹੇ ਨੇ, ਨੌਜਵਾਨਾਂ ਨਾਲੋਂ ਤਕੜੇ ਨੇ। ਹਾਂ ਇਹ ਹੈਗਾ ਜੀ, ਨੌਜਵਾਨ ਮਿਲਦੇ ਨਹੀਂ ਜੀ, ਹਾਂ, ਤੇ ਇਹ ਪੁਰਾਣੇ ਆਪਣੇ ਸ਼ੁਰੂ ਤੋਂ ਚੱਲੇ ਆ ਰਹੇ ਆ। ਜੀ। ਬਾਕੀ ਹੁਣ ਜਿਹੜਾ ਤਜਰਬੇਕਾਰ ਵੀ ਹੈ। ਤਜਰਬੇਕਾਰ ਆ ਜੀ। ਬਾਕੀ ਹੁਣ ਇਹ ਆ ਵੀ ਹੁਣ ਜਿਹੜਾ ਨਵਾਂ ਯੂਥ ਹੈ, ਉਹ ਜਿਵੇਂ ਹੁਣ ਬਾਹਰ ਵਾਲੀ ਲੇਬਰ ਜਾ ਵੜੀ, ਹੁਣ ਉਹ ਇਸ ਕੰਮ 'ਚ ਆਊਗਾ, ਕਿਉਂਕਿ ਹੁਣ ਤੱਕ ਉਹ ਵਿਹਲੇ ਸੀਗੇ, ਹੁਣ ਉਹਨਾਂ ਦੀ ਮਜਬੂਰੀ ਬਣ ਜੂ। ਅੱਛਾ, ਇਹ ਚੀਜ਼ ਦੱਸੋ ਕਿ ਤੁਸੀਂ ਜਿਹੜਾ ਇਹ ਬਿਜਾਈ ਕਰ ਰਹੇ ਹੋ ਡਾਇਰੈਕਟ, ਪਹਿਲਾਂ ਵੀ ਕੀਤੀ ਹੈ ਕਿ ਹੁਣ ਕੀਤੀ ਹੈ? ਨਹੀਂ, ਪਹਿਲਾਂ ਮੈਂ ਇੱਕ ਵਾਰੀ ਟਰਾਇਲ ਲਿਆ ਸੀਗਾ ਜੀ, ਇਸ ਵਾਰੀ ਮੈਂ ਜ਼ਿਆਦਾ ਬੀਜ ਰਿਹਾ। ਕੀ ਐਕਸਪੀਰੀਅੰਸ ਸੀਗਾ ਤੁਹਾਡਾ? ਵਧੀਆ ਐਕਸਪੀਰੀਅੰਸ ਹੈ ਜੀ, ਕੋਈ ਪ੍ਰੋਬਲਮ ਨਹੀਂ ਆਈ ਮੈਨੂੰ ਪਹਿਲਾਂ ਵੀ, ਹੁਣ ਵੀ। ਇਹ ਹੈ ਵੀ ਪੱਠੇ ਕੰਟਰੋਲ ਕਰਨ ਦਾ ਤੁਹਾਡਾ ਮੇਨ ਹੈ, ਵੀਡਸ ਨਾ ਹੋਣ ਤੁਹਾਡੇ। ਜੇ ਵੀਡਸ ਹੁੰਦੇ ਆ ਫਿਰ ਇਹ ਝੋਨਾ ਨਹੀਂ ਪਾਸ। ਜੇ ਵੀਡਸ ਤੁਸੀਂ ਕੰਟਰੋਲ ਕਰ ਗਏ, ਵਧੀਆ ਟਾਈਮ ਤੇ ਵਧੀਆ ਸਪਰੇਅ ਕਰ ਗਏ, ਫਿਰ ਇਹਦੇ ਵਰਗਾ ਝੋਨਾ ਨਹੀਂ ਹੈਗਾ। ਕਿਉਂਕਿ ਜਿਹੜਾ ਨੈਟ ਪ੍ਰੋਫਿਟ ਹੈ ਜੀ, ਉਹ ਤੁਹਾਡਾ ਉਨਾ ਹੀ ਰਹਿ ਜਾਣਾ। ਜੇ ਕਹਿੰਦੇ ਆ, ਜਿਵੇਂ ਆਪ ਲੋਕਾਂ ਦੀ ਕਨਸੈਪਸ਼ਨ ਬਣ ਗਈ ਵੀ ਇਹ ਜਿਹੜਾ ਝੋਨਾ ਹੈ ਘੱਟ ਨਿਕਲਦਾ ਦੂਜੇ ਨਾਲੋਂ, 5-4 ਮਣ ਦਾ ਫਰਕ ਪਾਉਂਦਾ। ਚਲੋ ਇੱਕ ਜੇ ਉਹਨਾਂ ਦੀ ਗੱਲ ਵੀ ਮੰਨ ਲੈਂਦੇ ਆ, ਵੈਸੇ ਇਹ ਝਾੜ ਘੱਟ ਨਹੀਂ ਨਿਕਲਦਾ, ਉਨਾ ਹੀ ਨਿਕਲਦਾ। ਜੇ ਉਹਨਾਂ ਦੀ ਮੰਨ ਲਈਏ, ਜੇ ਆਪਾਂ ਖਰਚਾ ਵਧਾ ਲੈਂਦੇ ਆ ਜੀ, ਮੰਨ ਲਓ 10,000 ਖਰਚਾ ਵਧਾ ਕੇ ਆਪਾਂ 10,000 ਪ੍ਰੋਡਕਸ਼ਨ ਵਧਾ ਲਈ, ਤਾਂ ਤੁਹਾਡਾ ਨੈਟ ਪ੍ਰੋਫਿਟ ਤਾਂ ਫਿਰ ਵੀ ਉਨਾ ਹੀ ਆ। ਨਾਲੇ ਜਿਹੜਾ ਤੁਸੀਂ ਆਪਦਾ ਟਾਈਮ ਖਰਾਬ ਕਰਦੇ ਹੋ, ਤੁਸੀਂ ਆਪਦਾ ਇੱਕ ਵਾਰੀ ਖਰਚਾ ਵੱਧ ਪਾਉਂਦੇ ਹੋ, ਤੁਹਾਨੂੰ ਉਹਦਾ ਵਿਆਜ ਵੀ ਪੈਂਦਾ। ਜੇ ਆਪਾਂ ਇੱਕ ਟੈਕਨੀਕਲੀ ਸੋਚੀਏ ਤਾਂ ਉਹਦੇ ਨਾਲੋਂ ਬੈਟਰ ਹੈ ਵੀ ਤੁਸੀਂ ਡਾਇਰੈਕਟ ਸੋਇੰਗ ਕਰਕੇ ਦੇਖੋ। ਡਾਇਰੈਕਟ ਸੋਇੰਗ ਦੇ ਫਾਇਦੇ ਬਹੁਤ ਹੈ। ਕਿੰਨੀ ਕੁ ਡਾਇਰੈਕਟ ਸੋਇੰਗ ਤੁਹਾਡੇ ਇਲਾਕੇ 'ਚ ਹੋਈ ਹੈ?
ਸਾਡੇ ਇਸ ਵਾਰ 90% ਡਾਇਰੈਕਟ ਸੂਇੰਗ ਹੈ ਜੀ। 10% ਹੈ ਜਿਹੜੀ ਡਿਪੈਂਡ ਕਰਦੀ ਹੈ। ਵੈਸੇ ਉਹ ਵੀ ਇਹ ਇੱਕ ਰੱਖ ਲਓ ਵੀ ਇੱਕ ਸਾਈਡ ਤੇ ਰੱਖ ਕੇ ਰੱਖਿਆ ਹੋਇਆ ਉਹਨਾਂ ਨੇ ਵੀ ਜੇ ਕੱਲ੍ਹ ਨੂੰ ਸਾਡੀ ਡਾਇਰੈਕਟ ਸੂਇੰਗ ਨਹੀਂ ਕਾਮਯਾਬ ਹੁੰਦੀ ਤਾਂ ਅਸੀਂ ਪਨੀਰੀ ਲਾਵਾਂਗੇ। ਕਿਉਂਕਿ ਮੈਂ ਵੀ ਆਹ ਦੇਖੋ ਥੋੜੀ ਜਿਹੀ ਬੀਜੀ ਹੈ ਜੀ ਪਨੀਰੀ, ਇਹ ਇਸੇ ਕਰਕੇ ਬੀਜੀ ਆ ਵੀ ਜੇ ਕਿਤੇ ਵਿੱਚ ਕੋਈ ਦਿੱਕਤ ਆਉਂਦੀ ਹੈ ਮੈਨੂੰ ਜਾਂ ਕਿਤੇ ਬੂਟੇ ਪੱਟ ਕੇ ਲਾਉਣੇ ਪੈਂਦੇ ਤਾਂ ਮੈਂ ਵਿੱਚ ਉਹਦੇ ਇਹ ਲਾਉਂਗਾ ਜੀ। ਅੱਛਾ, ਇੱਕ ਤਾਂ ਪਾਣੀ ਦੀ ਕਿੰਨੀ ਕੁ ਬੱਚਤ ਹੋ ਰਹੀ ਹੈ? ਪਾਣੀ ਦੀ ਤਾਂ ਬਹੁਤ ਜ਼ਿਆਦਾ ਬਚਤ ਹੈ ਜੀ, ਕਿਉਂਕਿ ਇਹਦੇ 'ਚ ਹੁਣ ਮੇਰੇ ਇਹ ਬੱਤ ਤੋਂ ਬਾਅਦ ਆਪਾਂ ਬੀਜ ਰਹੇ ਹਾਂ ਜੀ। ਹੁਣ ਬੱਤ ਆਉਣ ਤੋਂ ਬਾਅਦ 21 ਦਿਨ 'ਚ ਪਾਣੀ ਨਹੀਂ ਲਾਉਣਾ ਜੀ ਆਪਾਂ, ਤਾਂ 21 ਦਿਨ ਤਾਂ ਉਹ ਬਚ ਗਏ ਜੀ। ਜਿਹੜਾ ਮੇਨ ਪਾਣੀ ਕੰਜੰਪਸ਼ਨ ਹੈ, ਇੱਕ ਵਾਰੀ ਸੁੱਕੀ ਜ਼ਮੀਨ 'ਚ ਹੀ ਪਾਣੀ ਨੇ ਵੱਧ ਜਾਣਾ ਜੀ, ਮੁੜ ਕੇ ਤਾਂ ਇੱਕ ਤਹਿ ਬਣ ਗਈ। ਉਹੀ ਜਿਹੜਾ ਤੁਹਾਡੀ ਤਹਿ ਬਣਨ ਵਾਲਾ ਪਾਣੀ ਹੈ ਜੀ ਉਹ ਬਚਤ ਹੋ ਗਿਆ, ਤਾਂ ਇਹਦੇ ਨਾਲ এনवायरमेंट ਦਾ ਵੀ ਫਾਇਦਾ ਹੈਗਾ ਜੀ ਆਪਾਂ ਨੂੰ, ਜੇ ਦੇਖਿਆ ਜਾਵੇ ਜ਼ਿਮੀਂਦਾਰ ਦਾ ਵੀ ਫਾਇਦਾ। ਤੇ ਅੱਛਾ, ਇੱਕ ਚੀਜ਼ ਦੇਖਣ ਨੂੰ ਆਈ ਹੈ ਕਿ ਜਿੰਨੇ ਕਿਸਾਨਾਂ ਨਾਲ ਮੈਂ ਗੱਲ ਕੀਤੀ ਹੈ, ਲੋਕਡਾਊਨ ਸੀਗਾ ਪਰ ਮਸ਼ੀਨਾਂ ਬਣਾ ਲਈਆਂ। ਜਿਹੜੀ 35,000 ਦੀ ਮਸ਼ੀਨ ਸੀ ਇਹ 70,000 ਦੀ ਹੋ ਗਈ। ਕਿਤੇ ਨਾ ਕਿਤੇ ਵੀ ਕਿਸਾਨਾਂ ਨਾਲ ਕਿਸੇ ਤਰ੍ਹਾਂ ਚੀਟਿੰਗ ਨਹੀਂ ਹੈ? ਨਹੀਂ, ਇਹ ਬਿਲਕੁਲ ਹੈਗੀ ਹੈ ਜੀ। ਇਹ ਦੇਖਿਆ ਜਾਵੇ ਜੇ ਆਪਾਂ ਇੱਕ ਤੁਸੀਂ ਤਾਂ ਐਕਸਪੀਰੀਅੰਸਡ ਹੋ ਜੀ, ਇਹ ਚੀਜ਼ ਦੇਖੀ ਹੈ। ਲੋਕਡਾਊਨ ਦੇ ਵਿੱਚ ਵੀ ਇੱਕ ਇਕੱਲਾ ਜ਼ਿਮੀਂਦਾਰ ਹੈ ਜਿਹਦੀ ਕਣਕ ਵੀ ਉਹੀ ਰੇਟ ਵਿਕੀ ਗਈ ਹੈ ਤੇ ਜਿਹਦਾ ਦੁੱਧ ਪਾਣੀ ਵੀ ਉਹੀ ਰੇਟ ਵਿਕੀ ਗਿਆ। ਨਹੀਂ, ਹਰ ਇੱਕ ਨੇ, ਮੈਕਸਿਮਮ ਸਾਰੇ ਨਹੀਂ ਕਹਿੰਦੇ ਆਪਾਂ, ਬਹੁਤ ਬੰਦਿਆਂ ਨੇ ਇਹ ਸਿਸਟਮ ਕਰਿਆ। ਹੁਣ ਆਹੀ ਮਸ਼ੀਨਾਂ ਲੋਕਡਾਊਨ ਤੋਂ ਪਹਿਲਾਂ 40 45 ਹੱਦ 50,000 ਦੀ ਸੀ, ਹੁਣ ਇਹੀ ਮਸ਼ੀਨਾਂ ਕੋਈ 70,000 ਮੰਗੀ ਜਾਂਦਾ, ਕੋਈ 80 ਮੰਗੀ ਜਾਂਦਾ, ਲੱਖ ਤੱਕ ਵੀ ਵੇਚਤੀਆਂ ਜੀ ਲੋਕਾਂ ਨੇ। ਇਹ ਇੱਕ ਸਰਕਾਰ ਨੂੰ ਚਾਹੀਦਾ ਵੀ ਇਹਦੇ ਤੇ ਇੱਕ ਚੈੱਕ ਲੱਗਿਆ ਹੋਵੇ ਵੀ ਇਹਨੂੰ ਇਦੋਂ ਬਾਅਦ ਆਪਾਂ ਵੇਚ ਨਹੀਂ ਸਕਦੇ ਜੀ। ਤੁਸੀਂ ਗੱਲ ਸੁਣੀ ਕਿ ਮਸ਼ੀਨਾਂ ਦੀ ਕਾਲਾਬਾਜ਼ਾਰੀ ਪੂਰੇ ਜ਼ੋਰਾਂ ਤੇ ਹੈ। ਨਹੀਂ ਸੀ ਚਾਹੀਦਾ, ਸਰਕਾਰਾਂ ਨੂੰ ਕੰਟਰੋਲ ਕਰਨਾ ਚਾਹੀਦਾ ਸੀਗਾ। ਦੂਜੇ ਪਾਸੇ ਇੱਕ ਚੀਜ਼ ਹੋਰ ਮੈਨੂੰ ਨਜ਼ਰ ਆ ਰਹੀ ਹੈ ਕਿ ਮੈਂ ਇੰਨੇ ਪਿੰਡਾਂ ਜਾ ਆਇਆ, ਸਰਕਾਰ ਦਾ ਕੋਈ ਵੀ ਬੰਦਾ ਇੱਥੇ ਕੈਂਪ ਨਹੀਂ ਲਾਉਣ ਆ ਰਿਹਾ, ਵਿਜ਼ਿਟ ਨਹੀਂ ਕਰ ਰਿਹਾ, ਜਦ ਕਿ ਉਹਨਾਂ ਦਾ ਫਰਜ਼ ਬਣਦਾ ਕਿ ਜੇ ਕੋਈ ਕਿਸਾਨ ਡਾਇਰੈਕਟ ਸੂਇੰਗ ਕਰ ਰਿਹਾ ਉਹਨੂੰ ਨੋ ਹਾਊ, ਉਹਨੂੰ ਜਾਣਕਾਰੀ ਪ੍ਰਾਪਤ ਕਰਾਉਣੀ, ਉਹਨੂੰ ਦੱਸਣਾ ਵੀ ਭਾਈ ਤੇਰਾ ਹਾਲ ਇੰਨਾ ਡੂੰਘਾ ਹੋਣਾ ਚਾਹੀਦਾ ਜਾਂ ਉਹਨੂੰ ਕਿਵੇਂ ਵੀ ਹੈ। ਪਹਿਲਾਂ ਤਾਂ ਤੁਸੀਂ ਪਲਾਟ ਜਿਹੜੇ ਆ ਜਿਹਨੂੰ ਪ੍ਰਦਰਸ਼ਨੀ ਪਲਾਂਟ ਤਾਂ ਬਹੁਤ ਲਵਾਉਣੇ ਹੋ, ਪਰ ਜਦੋਂ ਹੁਣ ਇੱਕ ਬਹੁਤ ਵੱਡੇ ਤਜਰਬਾ ਹੋ ਰਿਹਾ, ਟਰਾਂਸਫਾਰਮ ਹੋ ਰਿਹਾ ਪੰਜਾਬ, ਜਿਹੜਾ ਤੁਹਾਡਾ ਬਹੁਤ ਵੱਡਾ ਟੀਚਾ ਸੀਗਾ ਆਪਣੇ ਬਾਕੀ ਕਿ ਡਾਇਰੈਕਟ ਸੋਇੰਗ ਕਰਾਉਣੀ ਹੈ, ਉਹ ਹੁਣ ਡਾਇਰੈਕਟ ਸੋਇੰਗ ਹੋ ਰਹੀ ਹੈ, ਤਾਂ ਸਰਕਾਰ ਦੇ ਨੁਮਾਇੰਦਿਆਂ ਨੂੰ ਸੰਭਾਲਣਾ ਚਾਹੀਦਾ ਸੀ। ਇਹ ਮੇਰੀ ਇੱਕ ਖਾਸ ਗੁਜ਼ਾਰਿਸ਼ ਹੈ। ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਲੱਗਿਆ? ਕਿਸਾਨਾਂ ਨਾਲ ਮੁਲਾਕਾਤ ਕਰਾਈ ਹੈ, ਕਿਸਾਨਾਂ ਦੇ ਵਿਚਾਰ ਦਿੱਤੇ ਨੇ, ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਨਾਲੇ ਤਾਂ ਸਬਸਕ੍ਰਾਈਬ ਵਾਲਾ ਬਟਨ ਦੱਬ ਦਿਓ, ਘੰਟੀ ਵਾਲਾ ਬਟਨ ਦੱਬ ਦਿਓ, ਨਾਲੇ ਕਮੈਂਟ ਕਰੋ ਕਿ ਤੁਹਾਡੇ ਕਿਸਾਨੀ ਦੇ ਵਿੱਚ ਕੀ ਤਜਰਬੇ ਨੇ, ਮੱਕੀ ਦੇ, ਕਿਸੇ ਵੀ ਚੀਜ਼ ਦੇ। ਇਹ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰੱਖਾਂਗੇ। ਇਸ ਵਾਰੀ ਹੁਣ ਝੋਨੇ ਦੀ ਸਿੱਧੀ ਬਿਜਾਈ ਹੈ, ਫਿਰ ਆਪਾਂ ਝੋਨੇ ਦੀ ਕਟਾਈ ਵੇਲੇ ਵੀ ਆਵਾਂਗੇ। ਇੰਨੇ ਮੱਕੀ ਹੋਊ, ਹੋਰ ਫਸਲਾਂ ਹੋਣਗੀਆਂ, ਮਿਹਨਤ ਹੈ, ਤਾਂ ਹਮੇਸ਼ਾ ਕੋਸ਼ਿਸ਼ ਹੋਊਗੀ ਕਿ ਕਿਸਾਨਾਂ ਦੀ ਹਰ ਫਸਲ ਦੇ ਉੱਤੇ ਮੈਂ ਇੱਕ ਟਾਕ ਦਿਆਂ। ਧੰਨਵਾਦ ਤੁਹਾਡਾ, ਮਿਹਰਬਾਨੀ। ਮੇਰੇ ਕੈਮਰਾਮੈਨ ਨਾਲ ਰਾਮ ਸਿੰਘ ਗਿੱਲ ਨਾਲ ਮੈਨੂੰ ਸਵਰਨ ਸਿੰਘ ਦਾਨੇ ਵਾਲੀਏ ਨੂੰ ਦਿਓ ਇਜਾਜ਼ਤ।